ਸਤਿ ਸ਼੍ਰੀ ਅਕਾਲ ਸਮੇਂ ਦੇ ਬੁਲੇਟਿਨ 'ਚ ਸਵਾਗਤ ਹੈ। ਮੈਂ ਤੁਹਾਡੇ ਨਾਲ ਖੁਸ਼ੋਤ ਸੰਧੂ। ਤਾਂ ਵੇਖਾਂਗੇ 2 ਵਜੇ ਦੀਆਂ 5 ਵੱਡੀਆਂ ਖਬਰਾਂ। ਤਾਂ ਖਬਰ ਨੰਬਰ 5 ਤੋਂ ਸ਼ੁਰੂਆਤ ਕਰਦੇ ਹਾਂ। ਜੀਓ ਦੇ ਵੱਲੋਂ 5 ਹੋਰ ਸ਼ਹਿਰਾਂ ਦੇ ਵਿੱਚ 5G ਲਾਂਚ ਕਰਨ ਦਾ ਐਲਾਨ ਕੀਤਾ ਗਿਆ। ਤਾਂ ਲੁਧਿਆਣਾ ਦੇ ਵਿੱਚ ਦੱਸ ਦਈਏ ਕਿ ਸ਼ੁਰੂ ਹੋਵੇਗੀ ਜੀਓ ਦੀ 5G ਦੀ ਸੇਵਾ। ਗਵਾਲੀਅਰ, ਜਬਲਪੁਰ ਤੇ ਸਿਲੀਗੁੜੀ ਦੇ ਵਿੱਚ 5G ਲਾਂਚ ਹੋਏਗਾ। 72 ਸ਼ਹਿਰਾਂ ਦੇ ਵਿੱਚ ਪਹਿਲਾਂ ਤੋਂ ਜੀਓ 2 ਚੱਲ ਰਿਹਾ ਹੈ ਤਾਂ 5G ਚੱਲ ਰਹੀ ਹੈ। ਦੱਸ ਦਈਏ ਕਿ ਜੀਓ ਉਪਭੋਗਤਾ ਨੂੰ ਇੱਕ Gbps प्लस स्पीड दे नाल अनलिमिटेड डाटा मिलेगा और लुधियाना दे विच 5G शुरू करने वाला जियो पहला ऑपरेटर है। इन्हां शहरां दे विच जियो दा वेलकम ऑफर मिलेगा। तो यह अहम खबर है इस वेले दी खबर नंबर 5, यानी कि जिस खबर तो शुरुआत कर रहे हैं तो यह वड्डी खबर है क्योंकि हुण 5 होर शहर अजिहे होणगे जिथे कि 5G दी सेवा होवेगी। 5G लॉन्च करन दा ऐलान कीता गया। ਤਾਂ ਹੁਣ ਲੁਧਿਆਣਾ ਦੇ ਵਿੱਚ ਵੀ ਜੀਓ 5G ਹੋਏਗਾ। ਲੁਧਿਆਣਾ ਯਾਨੀ ਕਿ ਪੰਜਾਬ ਦੇ ਸ਼ਹਿਰ ਦੇ ਵਿੱਚ ਵੀ ਪਹਿਲਾ ਸ਼ਹਿਰ ਅਜਿਹਾ ਹੋਏਗਾ, ਪਹਿਲਾ ਜ਼ਿਲ੍ਹਾ ਅਜਿਹਾ ਹੋਏਗਾ ਜਿੱਥੇ ਕਿ ਇਹ 5G ਲਾਂਚ ਹੋਣ ਜਾ ਰਿਹਾ। ਪੰਜਾਬ ਦੇ ਵਿੱਚ ਲੁਧਿਆਣਾ ਪਹਿਲਾ ਅਜਿਹਾ ਜ਼ਿਲ੍ਹਾ ਹੈ ਜਿੱਥੇ 5G ਦੀ ਸੇਵਾ ਜਿਹੜੀ ਹੈ ਉਹ ਸ਼ੁਰੂ ਹੋਣ ਜਾ ਰਹੀ ਹੈ। 5G ਲਾਂਚ ਹੋਣ ਜਾ ਰਿਹਾ ਤਾਂ ਲੁਧਿਆਣਾ ਵਾਸੀਆਂ ਦੇ ਲਈ ਇੱਕ ਅਹਿਮ ਖਬਰ ਹੈ, ਖਾਸ ਤੌਰ ਤੇ ਕਿਉਂਕਿ ਨੈਟ ਦਾ ਜੇਕਰ ਅਸੀਂ ਜ਼ਿਕਰ ਕਰਦੇ ਹਾਂ, ਇੰਟਰਨੈਟ ਦਾ ਜ਼ਿਕਰ ਕਰਦੇ ਹਾਂ ਤਾਂ ਅੱਜ ਕੱਲ ਇੰਟਰਨੈਟ ਤੋਂ ਬਿਨਾ ਕੋਈ ਵੀ ਅਜਿਹਾ ਕੰਮਕਾਰ ਨਹੀਂ ਹੈ ਜੋ ਪੋਸੀਬਲ ਹੋਏ। ਤਾਂ 5G ਦਾ ਜ਼ਿਕਰ ਕਰਦੇ ਆ ਤਾਂ 4G ਦੇ ਨਾਲੋਂ ਕਿਤੇ ਦੁੱਗਣੇ ਤੋਂ ਵੀ ਚੌਕੜੀ ਸਪੀਡ ਹੈ। ਜੇਕਰ ਅਸੀਂ ਕੋਈ ਫਿਲਮ ਡਾਊਨਲੋਡ ਕਰਨੀ ਹੈ, ਕੋਈ ਗਾਣਾ ਡਾਊਨਲੋਡ ਕਰਨਾ ਹੈ, ਕਿਸੇ ਕਿਸਮ ਦਾ ਵੀ ਇੰਟਰਨੈਟ ਨੂੰ ਲੈ ਕੇ ਕੰਮ ਕਰਨਾ ਹੈ ਤਾਂ 5G ਜਿਹੜਾ ਹੈ ਉਹ ਪੂਰੀ ਦੁਨੀ ਰਫ਼ਤਾਰ ਦੇ ਨਾਲ ਦੌੜੇਗਾ। ਔਰ ਇਸ ਦੇ ਫਾਇਦੇ ਜਿਹੜੇ ਨੇ ਉਹ ਪਹਿਲਾਂ ਤੋਂ ਹੀ ਸਾਹਮਣੇ ਆ ਚੁੱਕੇ ਨੇ, ਗਿਣਵਾਏ ਜਾ ਚੁੱਕੇ ਨੇ। ਜਿਸ ਵੇਲੇ ਇਸ ਦੀ ਸ਼ੁਰੂਆਤ ਦੇਸ਼ ਦੇ ਵਿੱਚ ਹੋਈ ਸੀ ਔਰ ਉਸ ਦੀ ਸ਼ੁਰੂਆਤ PM ਨਰਿੰਦਰ ਮੋਦੀ ਦੇ ਵੱਲੋਂ ਕੀਤੀ ਗਈ ਸੀ, ਪਰ ਹੁਣ ਇਹ ਅਹਿਮ ਖਬਰ ਹੈ ਕਿ ਹੁਣ ਲੁਧਿਆਣਾ ਦੇ ਵਿੱਚ ਵੀ ਜੀਓ 5G ਹੋਣ ਜਾ ਰਿਹਾ ਤੇ ਐਲਾਨ ਕਰ ਦਿੱਤਾ ਗਿਆ। 5 ਹੋਰ ਸ਼ਹਿਰ ਅਜਿਹੇ ਨੇ, ਨਵੇਂ ਸ਼ਹਿਰ ਅਜਿਹੇ ਨੇ ਜਿਹੜੇ ਜਿੱਥੇ ਕਿ 5G ਲਾਂਚ ਹੋਣ ਜਾ ਰਿਹਾ ਹੈ। ਔਰ ਖਾਸ ਤੌਰ ਤੇ ਦੱਸ ਦਈਏ ਕਿ ਇਹਨਾਂ ਦੇ ਵਿੱਚ ਪੰਜਾਬ ਦਾ ਲੁਧਿਆਣਾ ਵੀ ਹੈ। ਪੰਜਾਬ ਦਾ ਲੁਧਿਆਣਾ ਵੀ ਇਸ ਦੇ ਵਿੱਚ ਹੁਣ ਸ਼ਾਮਿਲ ਹੋਏਗਾ। ਇਸ ਤੋਂ ਇਲਾਵਾ ਜੇਕਰ ਜ਼ਿਕਰ ਕੀਤਾ ਜਾਏ ਗਵਾਲੀਅਰ ਹੈ, ਜਬਲਪੁਰ ਹੈ, ਸਿਲੀਗੁੜੀ ਹੈ ਜਿੱਥੇ ਕਿ 5G ਲਾਂਚ ਹੋਏਗਾ। ਔਰ 72 ਸ਼ਹਿਰਾਂ ਦੇ ਵਿੱਚ ਪਹਿਲਾਂ ਤੋਂ ਹੀ ਜੀਓ 2 5G ਚੱਲ ਰਹੀ ਹੈ ਸੁਵਿਧਾ। ਜੀਓ ਉਪਭੋਗਤਾ ਦਾ ਜੇਕਰ ਜ਼ਿਕਰ ਕੀਤਾ ਜਾਵੇ ਤਾਂ ਉਹਨਾਂ ਨੂੰ 1 Gbps ਪਲਸ ਸਪੀਡ ਦੇ ਨਾਲ ਅਨਲਿਮਿਟਿਡ ਡਾਟਾ ਮਿਲੇਗਾ। ਹੁਣ ਵੀ ਜੇਕਰ ਜ਼ਿਕਰ ਕੀਤਾ ਜਾਏ ਤਾਂ ਜੀਓ ਦੇ ਵਿੱਚ ਅਨਲਿਮਿਟਿਡ ਡਾਟਾ ਹੈ, ਪਰ 4G ਦੇ ਨਾਲ ਵੱਖ-ਵੱਖ ਜ਼ਿਆਦਾਤਰ ਅਜੇ ਤੱਕ ਜੇਕਰ ਗੱਲ ਕੀਤੀ ਜਾਵੇ ਤਾਂ ਸ਼ਹਿਰਾਂ ਦੇ ਵਿੱਚ ਸੁਵਿਧਾ ਹੈ। ਤਾਂ ਹੁਣ ਪੰਜਾਬ ਦਾ ਇਹ ਪਹਿਲਾ ਲੁਧਿਆਣਾ ਜ਼ਿਲ੍ਹਾ ਹੋਏਗਾ, ਸ਼ਹਿਰ ਹੋਏਗਾ ਜਿੱਥੇ ਕਿ 5G ਦੀ ਸੁਵਿਧਾ ਮਿਲਣ ਜਾ ਰਹੀ ਹੈ। ਤਾਂ ਇਹ ਅਹਿਮ ਔਰ ਵੱਡੀ ਖਬਰ ਹੈ ਖਾਸ ਤੌਰ ਤੇ ਲੁਧਿਆਣਾ ਵਾਸੀਆਂ ਦੇ ਲਈ। ਅੱਗੇ ਵਧਾਂਗੇ ਖਬਰ ਨੰਬਰ 4 ਦਾ ਜ਼ਿਕਰ ਕਰਾਂਗੇ। ਅੰਜਲੀ ਦੀ ਸਹੇਲੀ ਨਿਧੀ ਨੂੰ ਗ੍ਰਿਫਤਾਰ ਕੀਤਾ ਗਿਆ। ਦਿੱਲੀ ਪੁਲਿਸ ਨੇ ਨਿਧੀ ਨੂੰ ਗ੍ਰਿਫਤਾਰ ਕੀਤਾ। ਨਿਧੀ ਤੇ ਜਾਣਕਾਰੀ ਲੁਕਾਉਣ ਤੇ ਪੁਲਿਸ ਦੀ ਮਦਦ ਨਾ ਕਰਨ ਦੇ ਇਲਜ਼ਾਮ ਨੇ, ਯਾਨੀ ਕਿ ਜਾਂਚ ਦੇ ਵਿੱਚ ਹਿੱਸਾ ਨਹੀਂ ਪਾਇਆ ਗਿਆ, ਜਾਂਚ ਦੇ ਵਿੱਚ ਸ਼ਾਮਿਲ ਨਹੀਂ ਹੋਇਆ ਗਿਆ। ਇਸ ਕਿਸਮ ਦੇ ਇਲਜ਼ਾਮਾਂ ਦੇ ਵਿੱਚ ਅੰਜਲੀ ਦੀ ਸਹੇਲੀ ਨਿਧੀ ਨੂੰ ਗ੍ਰਿਫਤਾਰ ਕੀਤਾ ਗਿਆ। ਹਾਦਸੇ ਦੀ ਚਸ਼ਮਦੀਦ ਗਵਾਹ ਹੈ ਨਿਧੀ। ਹਾਦਸੇ ਵੇਲੇ ਅੰਜਲੀ ਦੇ ਨਾਲ ਸੀ ਨਿਧੀ। ਹੋਟਲ ਤੋਂ ਇੱਕ ਸਕੂਟੀ ਤੇ ਨਿਕਲੀਆਂ ਸਨ ਇਹ ਦੋਵੇਂ। ਹਾਦਸੇ ਤੋਂ ਬਾਅਦ ਘਰ ਭੱਜ ਗਈ ਸੀ ਨਿਧੀ ਔਰ ਕੁਝ ਵੀ ਪੁਲਿਸ ਨੂੰ ਨਹੀਂ ਦੱਸਿਆ। ਜਦੋਂ ਇਸ ਤਰੀਕੇ ਦਾ ਕੋਈ ਇਸ ਕਿਸਮ ਦਾ ਕੋਈ ਹਾਦਸਾ ਵਾਪਰ ਜਾਵੇ ਸੁਭਾਵਿਕ ਤੌਰ ਤੇ ਅੰਦਾਜ਼ਾ ਲੱਗਦਾ ਹੈ ਕਿ ਜਦੋਂ 2 ਕੁੜੀਆਂ ਇਕੱਠੀਆਂ ਇੱਕ ਸਕੂਟੀ ਤੇ ਜਾ ਰਹੀਆਂ ਹੋਣ ਤੇ ਜਦੋਂ ਕੋਈ ਹਾਦਸੇ ਦਾ ਸ਼ਿਕਾਰ ਦੂਜੀ ਹੋ ਜਾਵੇ ਤਾਂ ਪਹਿਲੇ ਨੂੰ ਜਾ ਕੇ ਸੁਭਾਵਿਕ ਤੌਰ ਤੇ ਦੱਸਣਾ ਪਵੇਗਾ, ਦੱਸਣਾ ਹੋਏਗਾ ਕਿ ਅਜਿਹਾ ਵਾਪਰਿਆ ਹੈ। ਔਰ ਜੇਕਰ ਨਹੀਂ ਦੱਸਿਆ ਜਾ ਰਿਹਾ ਤਾਂ ਫਿਰ ਇਸ ਦਾ ਮਤਲਬ ਕੁਝ ਦਾਲ ਚ ਕਾਲਾ ਹੈ, ਯਾਨੀ ਕਿ ਕਿਤੇ ਨਾ ਕਿਤੇ ਸਵਾਲੀਆ ਨਿਸ਼ਾਨ ਲੱਗਦਾ ਹੈ। ਤਾਂ ਫਿਰ ਉਸ ਤੋਂ ਬਾਅਦ ਹੁਣ ਪੁਲਿਸ ਨੇ ਸ਼ੱਕ ਦੇ ਆਧਾਰ ਤੇ ਔਰ ਸਾਰੇ ਇਲਜ਼ਾਮਾਂ ਦੇ ਚੱਲਦੇ ਨਿਧੀ ਨੂੰ ਗ੍ਰਿਫਤਾਰ ਕੀਤਾ। उधर परमजीत सरना के खिलाफ जथेदार ਨੂੰ शिकायत मिली है। खबर नंबर 3 का जिक्र कर रहे हैं। दिल्ली गुरुद्वारा कमेटी के मैंबरों ने चिट्ठी लिखी है। दिल्ली गुरुद्वारा कमेटी के मैंबरों के वालों चिट्ठी लिखी गई है। सरना भरावां ते पंथ विरोधी कामकार करने का इल्जाम है। सरना भरावां दे लई करोड़ों रुपए खर्च कर रही है SGPC। इस किस्म के भी इल्जाम लगे ने। सारा संगत का पैसा लुटिया जा रहा है। तो सारे इल्जाम इस चिट्ठी दे विच लगाए गए हैं। जो चिट्ठी तुहानू स्क्रीन पर भी दिखा रहे हैं। जथेदार तो तुरंत इस ते रोक लगाने की मांग की गई है। सरना भरावां नूं पंथ तो छेकण की भी मांग की गई। नाले इल्जाम लगाया गया कि सरना भरावां दीयां कंपनियां
शराब तस्करी दे विच भी मामले ਜਿਹੜੇ ਸ਼ਾਮਲ ਨੇ शराब तस्करी ਦੇ ਵਿੱਚ ਵੀ ਸ਼ਾਮਲ ਨੇ ਅਤੇ ਇਹਨਾਂ ਨੇ 84 ਸਿੱਖ ਨਸਲਕੁਸ਼ੀ ਦੇ ਮੁਲਜ਼ਮਾਂ ਨੂੰ ਸਿਰੋਪਾ ਪਾ ਕੇ ਸਨਮਾਨਿਤ ਕੀਤਾ। न्यूज़ 18 ਤੇ ਦੱਸਦੀ ਕਿ ਸਰਨਾ ਦੀ ਸਫਾਈ ਵੀ ਸਾਹਮਣੇ ਆ ਗਈ ਹੈ। ਉਸ ਦਾ ਕਹਿਣਾ ਹੈ ਕਿ ਉਹਨਾਂ ਦਾ ਕਹਿਣਾ ਹੈ ਕਿ ਮੇਰੇ ਤੇ ਝੂਠੇ ਇਲਜ਼ਾਮ ਲਗਾਏ ਜਾ ਰਹੇ ਨੇ और मैं चाहना हाँ कि जथेदार केस की पैरवी करन। मैनू SGPC के पैसे की लोड़ नहीं, मैं कदे SGPC का 1 रुपया भी नहीं लिया, यह भी परमजीत सिंह सरना ने कहा है। ये पत्र जथेदार साहब ने दिता है, उस दे विच असीं जथेदार साहब नूं बेनती कीती है दिल्ली सिख गुरुद्वारा प्रबंधक कमेटी वालों कि जिथे सरना भरावां दीयां पंथ विरोधी कौम विरोधी और उन्हां दे परिवारां दी नशे दे विच इनवॉल्वमेंट होने के बावजूद उन्हां दे उत्ते कोई कार्रवाई नहीं हुई, तो जथेदार साहब नूं असीं बेनती कीती है कि उन्हां नूं अकाल तख्त साहब दे उत्ते तलब कीता जाए और श्रोमणी गुरुद्वारा प्रबंधक कमेटी जिन्हां ने कि जथेदार साहब ने जो हुक्म कीता सी कि वो इकरारनामा भी जग जाहिर करन और अपना चैनल जिहड़ा शुरू करन, उस दा भी जथेदार साहब दे हुक्म दी जिहड़ी है उलंघना है और जो बनदी कार्रवाई है वो इन्हां दे खिलाफ। सरना भरा जिहड़े कि शुरू तो ही पंथ विरोधी कारजां दे विच इनवॉल्व रहे हैं, जो उन्हां दे परिवार वालों शराब दे नशे दे कारोबार कीते जा रहे हैं, जिस विच उन्हां दे परिवार नूं ईडी ते CBI वालों नोटिस भेजे गए, बुलाया गया, पुछगिछ की गई, कोर्ट दे विच केस उन्हां दे खिलाफ शुरू होए आ। शराब दे नशियां दे विच कारोबार दे विच पए होण और उन्हां नूं श्रोमणी गुरुद्वारा प्रबंधक कमेटी दी गोलक दी दुरवरतों करके उन्हां नूं प्रमोट कीता जा रहा होए, इस दे बारे भी असीं जथेदार साहब नूं जानकारी दित्ती है। एक पासे दिल्ली से गुरुद्वारा प्रबंधक कमेटी 1984 ਦੇ ਕਾਤਲਾਂ ਨੂੰ 1984 ਦੇ ਦੋਸ਼ੀਆਂ ਨੂੰ ਸਜ਼ਾ ਦਿਵਾਉਣ ਲਈ ਰਾਤ ਦਿਨ ਇੱਕ ਕਰ ਰਹੀ ਹੈ ਔਰ ਦੂਸਰੇ ਪਾਸੇ ਸਰਨਾ ਭਰਾਵਾਂ ਨੇ ਜਿਵੇਂ ਪਹਿਲੇ ਕੋਸ਼ਿਸ਼ ਕੀਤੀ ਆ, ਅੱਜ ਵੀ ਉਹ ਉਹਨਾਂ ਦੇ ਸੰਪਰਕ ਦੇ ਵਿੱਚ, ਸੂਤਰਾਂ ਤੋਂ ਪਤਾ ਲੱਗਦਾ ਹੈ ਕਿ ਅੱਜ ਵੀ ਉਹਨਾਂ ਦੇ ਸੰਪਰਕ ਦੇ ਵਿੱਚ ਆ ਔਰ ਕਿਤੇ ਨਾ ਕਿਤੇ ਉਹਨਾਂ ਨੂੰ ਸ਼ੈਲਟਰ ਦੇਣ ਦੀ ਜਿਹੜੀ ਆ ਉਹ ਕੋਸ਼ਿਸ਼ ਕੀਤੀ ਜਾ ਰਹੀ ਹੈ। ਹਮੇਸ਼ਾ ਹੀ ਸਿੱਖ ਵਿਰੋਧੀ ਕੰਮਾਂ ਦੇ ਵਿੱਚ ਇਹ ਇਨਵੋਲਵ ਰਹੇ ਆ। ਅੱਗੇ ਵਧਾਂਗੇ ਤਾਂ ਉਧਰ ਪੰਜਾਬ ਕੈਬਨਿਟ ਦੇ ਅਹਿਮ ਫੈਸਲੇ ਸਾਹਮਣੇ ਆਏ ਨੇ। ਖਬਰ ਨੰਬਰ 2 ਦਾ ਜ਼ਿਕਰ ਕਰਾਂਗੇ। ਸਕੂਲਾਂ ਦੇ ਵਿੱਚ ਸਫਾਈ ਤੇ ਸੁਰੱਖਿਆ ਦੇ ਲਈ 33 ਕਰੋੜ ਰੁਪਏ ਜਾਰੀ ਕੀਤੇ ਗਏ ਨੇ। ਮਿਲਕ ਫੈਡ ਦੇ ਵਿੱਚ 500 ਅਸਾਮੀਆਂ ਭਰੀਆਂ ਜਾਣਗੀਆਂ। ਗਰੁੱਪ C ਅਤੇ ਗਰੁੱਪ D ਪੋਸਟਾਂ ਤੇ ਭਰਤੀ ਹੋਵੇਗੀ ਔਰ ਚੰਡੀਗੜ੍ਹ ਸਕੱਤਰੇਤ ਦੇ ਵਿੱਚ 150 ਸੇਵਾਦਾਰਾਂ ਦੀ ਭਰਤੀ ਹੋਏਗੀ। ਕੈਬਨਿਟ ਦੇ ਵੱਲੋਂ ਨਵੀਂ ਸਕ੍ਰੈਪ ਪਾਲਿਸੀ ਨੂੰ ਵੀ ਮਨਜ਼ੂਰੀ ਦਿੱਤੀ ਗਈ ਹੈ। ਸਕ੍ਰੈਪਿੰਗ ਪਾਲਿਸੀ ਅਧੀਨ ਨਵੀਆਂ ਗੱਡੀਆਂ ਦੀ ਰਜਿਸਟ੍ਰੇਸ਼ਨ ਹੋਏਗੀ। ਕਾਰ ਨੂੰ ਸਕ੍ਰੈਪ ਕਰਨ ਤੇ ਰਜਿਸਟ੍ਰੇਸ਼ਨ ਦੇ ਵਿੱਚ ਛੋਟ ਮਿਲੇਗੀ। ਤਾਂ ਸਾਰੀਆਂ ਇਹ ਫੈਸਲੇ ਅਹਿਮ ਕੀਤੇ ਗਏ ਨੇ। ਸਾਰੀਆਂ ਸੁਵਿਧਾਵਾਂ ਜਿਹੜੀਆਂ ਨੇ ਉਸ ਦੇ ਲਈ ਅਹਿਮ ਫੈਸਲੇ ਕੀਤੇ ਗਏ ਨੇ। ਪੰਜਾਬ ਕੈਬਨਿਟ ਦੀ ਮੀਟਿੰਗ ਸੀ ਜਿਸ ਤੋਂ ਬਾਅਦ ਇਹ ਫੈਸਲੇ ਲਏ ਗਏ ਨੇ। ਤਾਂ ਅਹਿਮ ਫੈਸਲੇ ਇਹੀ ਨੇ। ਖਾਸ ਤੌਰ ਤੇ ਜੇਕਰ ਅਸੀਂ ਸਕੂਲਾਂ ਦਾ ਜ਼ਿਕਰ ਕਰਦੇ ਹਾਂ, ਸਕੂਲਾਂ ਦੇ ਵਿੱਚ ਸਫਾਈ ਔਰ ਸੁਰੱਖਿਆ ਦੇ ਲਈ 33 ਕਰੋੜ ਰੁਪਏ ਜਾਰੀ ਕੀਤੇ ਗਏ ਨੇ। ਮਿਲਕ ਫੈਡ ਦੇ ਵਿੱਚ 500 ਅਸਾਮੀਆਂ ਭਰੀਆਂ ਜਾਣਗੀਆਂ ਤੇ ਹੋਰ ਵੀ ਅਹਿਮ ਫੈਸਲੇ ਲਏ ਗਏ। डिपार्टमेंट के अंदर जिहड़ा कि पंजाब का एक अहम डिपार्टमेंट आ, जिहदे विच लगभग पिछले 5 सालों के उत्तों 500 तो वध असामियां पिछले 5 सालों दौरान 500 तो वध असामियां खाली हो जाणगियां और वो सारियां असामियां नूं सिद्धी भर्ती राहीं असीं प्रवानगी दित्ती आ कि 500 असामियां ग्रुप C ਅਤੇ D ਦੀਆਂ मिल्क फैड डिपार्टमेंट जिहड़ा हैगा वो भरूगा। मैं समझदा इहदे नाल बेरका डिपार्टमेंट के अंदर होर पारदर्शिता आऊगी। बेरका डिपार्टमेंट का मिल्क फैड का जिहड़ा कारोबार आ वो होर वधूगा और 500 असामियां नूं अज कैबिनेट ने प्रवानगी दित्ती आ। पंजाब सिविल सैकटरीएट जिथे आपां बैठे आ सारे, इस दे अधीन भी इत्थे जिहड़ियां 150 के करीब सेवादार दीयां असामियां ਜਿਹੜੀ ਪ੍ਰਵਾਨਗੀ ਦਿੱਤੀ ਗਈ ਹੈ। ਦੇ ਨਾਲ ਹੀ 23 ਪੋਸਟਾਂ ਚੌਕੀਦਾਰਾਂ ਦੀਆਂ ਜਿਹੜੀਆਂ ਬਦਲੀ ਦੇ ਅਧੀਨ ਭਰੀਆਂ ਜਾਣਗੀਆਂ, ਪਰ ਲੇਕਿਨ 150 ਅਸਾਮੀਆਂ ਸੇਵਾਦਾਰ ਦੀਆਂ ਅਸੀਂ ਜਿਹੜੀਆਂ ਨੇ ਉਹ ਨਵੀਆਂ ਭਰਤੀ ਕਰਨ ਦੀ ਪ੍ਰਵਾਨਗੀ ਦਿੱਤੀ ਹੈ। ਕਿਉਂਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੈਗਾ ਕਿ ਪਿਛਲੇ 5 ਸਾਲ ਤਾਂ ਕੋਈ ਪੰਜਾਬ ਦੇ ਲੋਕ ਇੱਥੇ ਆਉਂਦੇ ਨਹੀਂ ਸੀਗੇ। ਲਗਭਗ ਸੈਕਟਰੀਏਟ ਬੰਦ ਰਹਿੰਦਾ ਸੀਗਾ ਔਰ ਸਾਰੇ ਮੁੱਖ ਮੰਤਰੀ ਸਾਹਿਬ ਵੀ ਲੋਕਾਂ ਨੂੰ ਮਿਲਦੇ ਸੀਗੇ ਔਰ ਮਾਨਯੋਗ ਮੁੱਖ ਮੰਤਰੀ ਸਾਹਿਬ ਤੋਂ ਲੈ ਕੇ ਸਾਡੇ ਸਾਰੇ ਮੰਤਰੀ ਸਾਹਿਬਾਨ ਲਗਾਤਾਰ
ਹਰ ਰੋਜ਼ ਜਦੋਂ ਵੀ ਇੱਥੇ ਕਦੇ ਮੀਟਿੰਗ ਹੁੰਦੀ ਆ ਜਾਂ ਆਪਣਾ ਕੰਮਕਾਰ ਹੁੰਦਾਗਾ ਲੋਕਾਂ ਨੂੰ ਮਿਲਦੇ ਸੀ। ਸੋ ਇਹ ਬਹੁਤ ਭਾਰੀ ਜਿਹੜੀ ਮੰਗ ਸੀਗੀ। ਸੋ ਅੱਜ 150 ਅਸਾਮੀਆਂ ਜਿਹੜੀਆਂ ਨੇਗੀਆਂ ਉਹਨਾਂ ਦੀ ਵੀ ਜਿਹੜੀ ਰਚਨਾ ਕੀਤੀ ਗਈ ਆ ਕਿ ਪੰਜਾਬ ਜਿਹੜਾ ਡਾਇਰੈਕਟੋਰੇਟ ਆਫ ਪਬਲਿਕ ਇੰਸਟਰਕਚਰ ਜਿਹੜਾ ਹੈ ਕਾਲਜਾਂ ਦਾ ਨਾਮ ਬਦਲ ਕੇ ਡਾਇਰੈਕਟੋਰੇਟ ਆਫ ਹਾਇਰ ਐਜੂਕੇਸ਼ਨ ਕੀਤਾ ਗਿਆ। ਜਿਹੜਾ ਪੁਰਾਣਾ ਨਾਮ ਸੀਗਾ ਉਹਦਾ ਨਾਮ ਬਦਲ ਕੇ ਅੱਜ ਡਾਇਰੈਕਟੋਰੇਟ ਆਫ ਹਾਇਰ ਐਜੂਕੇਸ਼ਨ ਕਰਨ ਦੀ ਜਿਹੜੀ ਪ੍ਰਵਾਨਗੀ ਆ ਉਹ ਅੱਜ ਮਾਨਯੋਗ ਮੁੱਖ ਮੰਤਰੀ ਸਾਹਿਬ ਦੀ ਅਗਵਾਈ ਅਧੀਨ ਕੈਬਨਿਟ ਨੇ ਦਿੱਤੀ ਹੈਗੀ। ਸੋ ਇਹ ਵੀ ਇੱਕ ਅਹਿਮ ਫੈਸਲਾ ਪੰਜਾਬ ਦੇ ਲੋਕਾਂ ਲਈ ਹੋਇਆਗਾ। ਔਰ ਇਸ ਤੋਂ ਬਿਨਾਂ ਹੋਰ ਅਹਿਮ ਫੈਸਲੇ ਹੋਏ ਨੇਗੇ ਕਿ ਜਿਹੜੀ ਇੱਕ ਨਵੀਂ ਇੱਕ ਅਸੀਂ ਖਾਸ ਕਰਕੇ ਜਿਹੜੀਆਂ ਰਜਿਸਟ੍ਰੇਸ਼ਨ ਹੁੰਦੀਆਂ ਸੀਗੀਆਂ ਟਰਾਂਸਪੋਰਟ ਦੇ ਅੰਦਰ ਬਹੁਤ ਵੱਡਾ ਅਹਿਮ ਫੈਸਲਾ ਹੋਇਆਗਾ। ਸਕ੍ਰੈਪਿੰਗ ਪਾਲਿਸੀ ਜਿਹੜੀ ਆ ਉਹਦੇ ਅਧੀਨ ਜਿਹੜੀਆਂ ਨਵੀਆਂ ਗੱਡੀਆਂ ਦੀ ਰਜਿਸਟ੍ਰੇਸ਼ਨ ਜਿਹੜੀ ਆ ਉਹ ਕੀਤੀ ਜਾਊਗੀ ਔਰ ਉਹਦੇ ਵਿੱਚ ਅਸੀਂ ਟੈਕਸ ਦੀ ਛੋਟ ਦਿੱਤੀ ਆ। ਔਰ ਪੁਰਾਣੀਆਂ ਗੱਡੀਆਂ ਜਿਨ੍ਹਾਂ ਦੇ ਕਰਕੇ ਮੈਂ ਸਮਝਦਾ ਕਾਫੀ ਸਾਰੇ ਕਿਤੇ ਨਾ ਕਿਤੇ ਬਹੁਤ ਸਾਰੇ ਐਕਸੀਡੈਂਟ ਵੀ ਹੁੰਦੇ ਸੀਗੇ, ਬਹੁਤ ਸਾਰਾ ਕਿਤੇ ਲਾਅ ਐਂਡ ਆਰਡਰ ਦੀ ਪੋਜੀਸ਼ਨ ਵੀ ਕਈ ਵਾਰ ਕ੍ਰੀਏਟ ਕਰ ਦਿੰਦੇ ਸੀਗੇ, ਉੱਥੇ ਵੀ ਕੋਈ ਨਾ ਕੋਈ ਹਰਡਲ ਕ੍ਰੀਏਟ ਕਰਦੇ ਸੀ। ਉਹਦੇ ਅਧੀਨ ਜਿਹੜਾ ਹੈਗਾ ਪੁਰਾਣੀਆਂ ਗੱਡੀਆਂ ਨੂੰ ਸਕ੍ਰੈਪ ਕੀਤਾ ਜਾਊਗਾ। ਨੰਬਰ 1 ਹੈ ਦਿੱਲੀ ਨਗਰ ਨਿਗਮ ਦੇ ਵਿੱਚ ਜ਼ਬਰਦਸਤ ਹੰਗਾਮਾ ਹੋਇਆ। ਹਾਊਸ ਦੀ ਕਾਰਵਾਈ ਮੁਲਤਵੀ ਕਰਨੀ ਪਈ ਹੈ। ਅੱਜ ਦੱਸ ਦਈਏ ਕਿ ਮੇਅਰ ਦੀ ਚੋਣ ਨਹੀਂ ਹੋ ਸਕੀ। ਸਦਨ ਦੇ ਵਿੱਚ ਹੰਗਾਮੇ ਤੋਂ ਬਾਅਦ ਕਾਰਵਾਈ ਮੁਲਤਵੀ ਕੀਤੀ ਗਈ। ਆਮ ਆਦਮੀ ਪਾਰਟੀ ਅਤੇ ਬੀਜੇਪੀ ਕੌਂਸਲਰ ਜਿਹੜੇ ਨੇ ਆਮੋ ਸਾਹਮਣੇ ਹੋਏ ਨੇ, ਖਿੱਚਤੂ ਹੋਈ ਹੈ ਤੇ ਕੌਂਸਲਰ ਦੇ ਵਿਚਾਲੇ ਜ਼ਬਰਦਸਤ ਹੱਥੋਂ ਪਾਈ ਹੋਈ ਹੈ। ਐਮਸੀਡੀ ਦਾ ਗਣਿਤ ਜਿਹੜਾ ਹੈ ਉਹ ਕਹਿ ਰਿਹਾ ਕਿ ਮੇਅਰ ਚੋਣ ਦੇ ਵਿੱਚ ਕੁੱਲ 273 ਵੋਟਾਂ ਨੇ ਔਰ ਆਮ ਆਦਮੀ ਪਾਰਟੀ ਦੇ ਕੋਲ 134 ਵੋਟਾਂ ਸਨ, ਬੀਜੇਪੀ ਦੇ ਕੋਲ 155 ਨੇ, ਕਾਂਗਰਸ ਦੇ ਕੋਲ 9 ਨੇ ਤਾਂ ਹੋਰ 2 ਨੇ। ਤਾਂ ਇਹ ਤਸਵੀਰਾਂ ਵੀ ਦਿਖਾ ਰਿਹਾ ਕਿਸ ਤਰੀਕੇ ਦੇ ਨਾਲ, ਕਿਸ ਕਿਸਮ ਦੇ ਨਾਲ ਇੱਥੇ ਹੰਗਾਮਾ ਹੁੰਦਾ ਹੋਇਆ ਭਰਪੂਰ ਨਜ਼ਰ ਆਇਆ। ਮਾਈਕ ਖਿੱਚਿਆ ਗਿਆ ਔਰ ਫਾਈਲਾਂ ਜਿਹੜੀਆਂ ਨੇ ਉਹ ਉਸਦੀ ਖਿੱਚਤੂ ਕੀਤੀ ਗਈ ਹੈ। महिला कौंसलर होण या फिर दूसरे कौंसलर होण तो सब एक दूजे दे नाल खिचतू करते हुए नजर आए ने। बेशक मार्शल बुलाए गए पर उसका भी कोई असर हुंदा होया इत्थे नजर नहीं आया। एग्जैक्टली सत्ता पक्ष में बैठे हुए लोग और जो कहते हैं कि उनके पास बहुमत है, हंगामा किस बात का कर रहे हैं? तो जाहिर तौर पे उनको पता है कि उनके पास बहुमत नहीं है। अब आगे की क्या रणनीति है आपकी? आगे की रणनीति जैसी होगा आपको सूचना देंगे। थैंक यू। ਦੱਸਿਏ ਕਿ ਬੀਜੇਪੀ ਦੇ 105 ਕੌਂਸਲਰ ਨੇ, 7 ਵੋਟਾਂ ਸੰਸਦ ਮੈਂਬਰਾਂ ਦੀਆਂ ਨੇ, ਇੱਕ ਵਿਧਾਇਕ ਹੈ, ਯਾਨੀ ਕਿ ਕੁੱਲ ਬੀਜੇਪੀ ਦੇ ਕੋਲ 113 ਵੋਟਾਂ ਹੋਈਆਂ। ਇਸੇ ਤਰ੍ਹਾਂ ਆਮ ਆਦਮੀ ਪਾਰਟੀ ਦੇ ਕੋਲ 134 ਕੌਂਸਲਰ ਨੇ, 3 ਸੰਸਦ ਨੇ ਅਤੇ ਵਿਧਾਇਕਾਂ ਦੀਆਂ 13 ਵੋਟਾਂ ਨੇ, ਯਾਨੀ ਕਿ ਆਮ ਆਦਮੀ ਪਾਰਟੀ ਦੇ ਕੋਲ 150 ਵੋਟਾਂ ਨੇ। ਸਿੱਧੇ ਤੌਰ ਤੇ ਬਹੁਮਤ ਹੈ। हज कमेटी के मेंबर हमेशा दिल्ली सरकार द्वारा नियुक्त किए जाते हैं। फाइल एलजी के पास भेजी जाती है और वो साइन करके वापस भेजते हैं। आज तक दिल्ली सरकार के इतिहास में ऐसा नहीं हुआ है कि जो नाम दिल्ली सरकार द्वारा भेजे गए हों उनको रिप्लेस करके कोई एक नया नाम हज कमेटी में एलजी द्वारा डाला गया। और किसका नाम डाला एलजी ने? कांग्रेस की लीडर ऑफ द हाउस नाजिया दानिश का नाम भारतीय जनता पार्टी के नुमाइंदे एलजी साहब ने डाला है। ये क्या दिखा रहा है? ये स्पष्ट तौर पे दिखा रहा है कि भारतीय जनता पार्टी में और कांग्रेस में डील हुई है। नाजिया दानिश को हज कमेटी की मेंबरशिप दी गई है और इन रिटर्न उन्होंने कांग्रेस के पार्षदों का आज की वोटिंग से वॉकआउट इंश्योर किया है कि भारतीय जनता पार्टी को स्टैंडिंग कमेटी के चुनाव में फायदा पहुंच सके। इसमें कभी नहीं हुआ। अराजक लोग हैं और शर्मनाक है कि जिस तरह से व्यवस्था, संवैधानिक व्यवस्था के अनुसार प्रिजाइडिंग ऑफिसर पीठासीन अधिकारी को बिठाया गया है। ये उनका प्रेरोगेटिव है। अपर हाउस भी होता है और लोकसभा होती है और राज्यसभा अपर हाउस होता है। इसी प्रकार से अगर उन्होंने अपने 10 मेंबर्स जो नॉमिनेट किए गए हैं उनको शपथ दिलानी है, उनसे पहल करी है। इनको क्या प्रॉब्लम है उसमें? इन्हें सिर्फ और सिर्फ हंगामा करना होता है और हंगामा इसलिए कि इनका डर है। डर ये इन्हें अंदर से लग रहा है कि हमारे ही लोग टूट ना गए हों और ये अपनी जो ये मेयर को खड़ा किया है उसके खिलाफ इन्हीं के अंदर के लोग बिखरे हुए हैं और वो हैं, तो इसलिए इनको डर लग रहा है। इस कारण से ये होने नहीं देना चाह रहे, बिकॉज इन्हें फेस लॉस का डर है। नहीं तो इनके 151 है,
हम 122 है सब मिला। साफ नीयत से आए थे, वोटिंग करने आए थे, ग्रेसफुली हो जाना चाहिए था। उनके लोगों ने शोर शराबा, टेबल पे चढ़ के इतना शोर शराबा मचाया, तो उसके बाद ऐसा हो रहा, शोरोगुल उधर से शुरू हुआ है, डिस्टर्बेंस उधर से शुरू हुई। आप वहाँ मौजूद थे, जो दृश्य दिखाए जा रहे हैं, जो अंगूठा घायल है, कपड़े फाड़ दिए गए, क्यों हुआ ऐसा और कौन उसके लिए बहुत जिम्मेदार है? तकलीफ दे है इस पे, इससे हासिल क्या होगा? अच्छे तरीके से ग्रेसफुली ये हो जाना चाहिए था। बस खाम खा एक तरफ कह रहा है मेजॉरिटी है, उनको अच्छा अक्सरियत मिली है, अपना आराम से वोटिंग हो देनी चाहिए। कब तक अब इंतजार करते रहेंगे यहाँ बैठकर? करते हैं, पेशेंस है, हमें तो सिखा। इंतजार ਦੀ ਗੱਲ ਹੰਸ ਕਰ ਰਹੇ ਨੇ, ਪਰ ਦੂਜੇ ਪਾਸੇ ਜੇਕਰ ਆਮ ਆਦਮੀ ਪਾਰਟੀ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਦੇ ਆਪਣੇ ਇਲਜ਼ਾਮ ਨੇ ਔਰ ਆਪਣੇ ਇਲਜ਼ਾਮ ਲਗਾਏ ਜਾ ਰਹੇ ਨੇ। ਇੱਕ ਤਰੀਕੇ ਦੇ ਨਾਲ ਧੱਕੇਸ਼ਾਹੀ ਦਾ ਇਲਜ਼ਾਮ ਲਗਾਇਆ ਜਾ ਰਿਹਾ, ਪਰ ਬੀਜੇਪੀ ਵੀ ਜਿਹੜੇ ਨੇ ਉਹਨਾਂ ਦੇ ਕੌਂਸਲਰ ਵੀ ਲਗਾਤਾਰ ਨਾਅਰੇਬਾਜ਼ੀ ਕਰ ਰਹੇ ਸੀ ਔਰ ਉੱਥੇ ਆਮ ਆਦਮੀ ਪਾਰਟੀ ਦੇ ਕੌਂਸਲਰ ਵੀ ਲਗਾਤਾਰ ਨਾਅਰੇਬਾਜ਼ੀ ਕਰ ਰਹੇ ਸੀ।